ਸਤਿ ਸ਼੍ਰੀ ਅਕਾਲ ਸਾਥੀਓ। ਤੇ ਅੱਜ ਦੀ ਵੀਡੀਓ 'ਚ ਅਸੀਂ ਦੇਖਾਂਗੇ ਕਿ ਸਾਡੇ ਜਿਹੜੇ ਟਰਾਂਸਫਰ ਦੇ ਰਿਗਾਰਡਿੰਗ ਕੁਐਸਚਨ ਸੀਗੇ ਉਹਨਾਂ ਬਾਰੇ ਵਿਭਾਗ ਵੱਲੋਂ ਕੁਝ ਕਲੈਰੀਫਿਕੇਸ਼ਨ ਕੀਤੀ ਗਈ ਹੈਗੀ ਹੈ। ਜਿਵੇਂ ਤੁਸੀਂ ਮੇਰੀ ਸਕਰੀਨ ਤੇ ਦੇਖ ਸਕਦੇ ਹੋ, ਇੱਕ ਲੈਟਰ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਦੇ ਵਿੱਚ ਸਾਡੇ ਟਰਾਂਸਫਰ ਦੇ ਰਿਲੇਟਡ ਜਿਹੜੇ ਟੀਚਰ ਟਰਾਂਸਫਰ ਰਿਲੇਟਡ ਜਿਹੜੇ ਆਪਣੇ ਕੁਐਸਚਨ ਸੀਗੇ ਉਹ ਕਲੀਅਰ ਕੀਤੇ ਗਏ ਨੇ। ਆਓ ਆਪਾਂ ਇਹਨਾਂ ਨੂੰ ਇੱਕ ਵਾਰੀ ਦੇਖ ਲੈਂਦੇ ਹੈਗੇ ਆ ਕੀ ਕੁਐਸਚਨ ਸੀਗੇ ਤੇ ਕੀ ਉਹਨਾਂ ਦੀ ਕਲੈਰੀਫਿਕੇਸ਼ਨ ਕੀਤੀ ਗਈ ਹੈਗੀ ਹੈ। ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੇਖ ਸਕਦੇ ਹੋ, ਲੜੀ ਨੰਬਰ 1 ਤੇ ਕੁਐਸਚਨ ਸੀਗਾ ਸਾਡਾ, ਸਰਵ ਸਿੱਖਿਆ ਅਭਿਆਨ ਰਮਸਾ ਅਧੀਨ ਭਰਤੀ ਅਧਿਆਪਕ ਜਿਨ੍ਹਾਂ ਦੀਆਂ ਸੇਵਾਵਾਂ ਮਿਤੀ 1/4/2018 ਤੋਂ ਰੈਗੂਲਰ ਕੀਤੀਆਂ ਗਈਆਂ ਸਨ ਅਤੇ ਉਹਨਾਂ ਦਾ ਪਰ ਕਾਲ ਸਮਾਂ ਮਿਤੀ 31/3/2020 ਨੂੰ ਪੂਰਾ ਹੋਇਆ ਹੈ। ਇਹਨਾਂ ਵਿੱਚ ਕੁਝ ਅਧਿਆਪਕ ਅਜਿਹੇ ਹਨ ਜਿਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਨਾ ਹੋਣ ਕਾਰਨ ਜਾਂ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਵੈਰੀਫਾਈ ਨਾ ਹੋਣ ਕਾਰਨ ਆਦਿ ਦੇ ਕਰਕੇ ਸਮਰੱਥ ਅਧਿਕਾਰੀ ਵੱਲੋਂ ਉਹਨਾਂ ਦਾ ਪਰ ਕਾਲ ਸਮਾਂ ਪੂਰਾ ਹੋਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਕੀ ਅਜਿਹੇ ਅਧਿਆਪਕ ਬਦਲੀ ਲਈ ਅਪਲਾਈ ਕਰ ਸਕਣਗੇ ਜਾਂ ਨਹੀਂ? ਤੇ ਇਸ ਦੇ ਬਾਰੇ ਜੋ ਕਲੈਰੀਫਿਕੇਸ਼ਨ ਹੋਈ ਹੈ ਉਹ ਹੈਗੀ ਹੈ ਕਿ ਸਰਵ ਸਿੱਖਿਆ ਅਭਿਆਨ ਰਮਸਾ ਅਧੀਨ ਭਰਤੀ ਕੀਤੇ ਗਏ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਮਿਤੀ 9/10/2018 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਰੈਗੂਲਰ ਹੋਏ ਕੇਵਲ ਅਜਿਹੇ ਅਧਿਆਪਕ ਹੀ ਬਦਲੀ ਲਈ ਅਪਲਾਈ ਕਰ ਸਕਣਗੇ ਜਿਨ੍ਹਾਂ ਦੇ ਪਰ ਕਾਲ ਸਮੇਂ ਦੀ ਮਿਤੀ ਜਿਹੜੀ ਹੈ 2 ਸਾਲਾਂ ਦੀ ਮਿਆਦ ਪੂਰੀ ਹੋ ਚੁੱਕੀ ਹੋਵੇ, ਭਾਵੇਂ ਕਿ ਉਹਨਾਂ ਦੇ ਪਰ ਕਾਲ ਸਮੇਂ ਨੂੰ ਰਸਮੀ ਤੌਰ 'ਤੇ ਕਿਸੇ ਵੀ ਕਾਰਨ ਵਜੋਂ ਜਿਵੇਂ ਕਿ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਵੈਰੀਫਾਈ ਨਾ ਹੋਣ ਆਦਿ ਕਲੀਅਰ ਕਰਨਾ ਹਾਲ ਦੀ ਘੜੀ ਲੰਬਿਤ ਹੋਵੇ। ਜੇਕਰ ਅਜਿਹੇ ਕਿਸੇ ਅਧਿਆਪਕ ਦਾ ਪਰ ਕਾਲ ਸਮਾਂ ਸਮਰੱਥ ਅਧਿਕਾਰੀ ਵੱਲੋਂ ਵਧਾਇਆ ਗਿਆ ਹੋਵੇ ਤਾਂ ਅਜਿਹੇ ਅਧਿਆਪਕ ਇੰਜ ਵਧੇ ਹੋਏ ਪਰ ਕਾਲ ਸਮੇਂ ਦੇ ਖਤਮ ਹੋਣ ਉਪਰੰਤ ਹੀ ਬਦਲੀ ਲਈ ਅਪਲਾਈ ਕਰਨ ਦੇ ਪਾਤਰ ਹੋਣਗੇ। ਯਾਨੀ ਕਿ ਜਿੰਨੇ ਵੀ ਆਪਣੇ ਅਧਿਆਪਕ ਸਾਥੀ ਜਿਨ੍ਹਾਂ ਦੇ ਸਿਰਫ ਸਰਟੀਫਿਕੇਟ ਵਗੈਰਾ ਦੀ ਵੈਰੀਫਿਕੇਸ਼ਨ ਕਰਕੇ ਜਿਹੜਾ ਹੈਗਾ ਪ੍ਰੋਬੇਸ਼ਨ ਕਲੀਅਰ ਨਹੀਂ ਹੋਇਆ ਉਹ ਜਿਹੜੇ ਹੈਗੇ ਨੇ ਅਪਲਾਈ ਕਰ ਸਕਦੇ ਨੇ। ਪਰ ਜਿਨ੍ਹਾਂ ਅਧਿਆਪਕ ਸਾਥੀਆਂ ਦਾ ਪਰ ਕਾਲ ਸਮਾਂ ਕਿਸੇ ਕਾਰਨ ਵਜੋਂ ਸਮਰੱਥ ਅਧਿਕਾਰੀ ਵੱਲੋਂ ਵਧਾਇਆ ਗਿਆ ਹੋਵੇ ਉਹ ਜਿਹੜੇ ਹੈਗੇ ਆਪਣੇ ਅਧਿਆਪਕ ਸਾਥੀ ਉਹ ਅਪਲਾਈ ਨਹੀਂ ਕਰ ਸਕਦੇ। ਸੋ ਇੱਥੋਂ ਸਾਡਾ ਇੱਕ ਕੁਐਸਚਨ ਜਿਹੜਾ ਹੈ ਉਹ ਕਲੀਅਰ ਹੋ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਸੈਕੰਡ ਕੁਐਸਚਨ ਹੈ ਕਿ ਕੀ ਅਜਿਹੇ ਅਧਿਆਪਕ ਜਿਨ੍ਹਾਂ ਦੀ ਨਿਯੁਕਤੀ 35 82 51 78 ਕੈਟਾਗਰੀ ਅਧੀਨ ਹੋਈ ਹੈ ਜਾਂ ਕੁਝ ਹੋਰ ਅਧਿਆਪਕ ਜਿਨ੍ਹਾਂ ਦੀ ਨਵੀਂ ਨਿਯੁਕਤੀ ਹੈ ਉਹਨਾਂ ਨੂੰ ਅਜੇ ਸੀਨੀਅਰਤਾ ਨੰਬਰ ਜਿਹੜਾ ਅਲਾਟ ਨਹੀਂ ਕੀਤਾ ਗਿਆ ਬਦਲੀ ਲਈ ਅਪਲਾਈ ਕਰਨ ਦੇ ਪਾਤਰ ਹਨ। ਇਸ ਸੰਬੰਧੀ ਜਿਹੜੀ ਸਪੈਸੀਫਿਕੇਸ਼ਨ ਜਿਹੜਾ ਹੈ ਦਿੱਤਾ ਗਿਆ ਹੈ, ਸਪਸ਼ਟੀਕਰਨ ਦਿੱਤਾ ਗਿਆ ਉਹ ਹੈ, ਇਸ ਸੰਬੰਧੀ ਸਪਸ਼ਟ ਕੀਤਾ ਜਾਂਦਾ ਹੈ ਕਿ ਬਦਲੀ ਲਈ ਅਪਲਾਈ ਕਰਨ ਲਈ ਸੀਨੀਅਰਤਾ ਨੰਬਰ ਭਰਨਾ ਲਾਜ਼ਮੀ ਨਹੀਂ ਹੈ। ਕੇਵਲ ਸੀਨੀਅਰਤਾ ਨੰਬਰ ਨਾ ਭਰਨ ਵਜੋਂ ਕੋਈ ਵੀ ਅਧਿਆਪਕ ਬਦਲੀ ਦੀ ਦਰਖਾਸਤ ਦੇਣ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ। ਜਿਨ੍ਹਾਂ ਅਧਿਆਪਕਾਂ ਨੂੰ ਹਾਲ ਦੀ ਘੜੀ ਸੀਨੀਅਰਤਾ ਨੰਬਰ ਅਲਾਟ ਕਰਨਾ ਲੰਬਿਤ ਹੈ ਉਹ ਕਾਲਮ ਵਿੱਚ 0 ਭਰਨਗੇ। ਯਾਨੀ ਕਿ ਜੇਕਰ ਸਾਡੇ ਕੋਲ ਸੀਨੀਅਰਟੀ ਨੰਬਰ ਨਹੀਂ ਹੈਗਾ ਹੈ ਜਾਂ ਸਾਨੂੰ ਅਲਾਟ ਨਹੀਂ ਹੋਇਆ ਹੈਗਾ ਹੈ ਤਾਂ ਆਪਾਂ 0 ਭਰ ਸਕਦੇ ਹੈਗੇ ਆ। ਇਹ ਆਪਸ਼ਨਲ ਫੀਲਡ ਹੈ, ਇਸ ਦੇ ਵਿੱਚ ਜਿਹੜਾ ਹੈ ਲਾਜ਼ਮੀ ਨਹੀਂ ਕੀਤਾ ਗਿਆ ਫੀਲਡ ਨੂੰ, ਅਤੇ ਇਸ ਦੇ ਬੇਸ ਦੇ ਉੱਤੇ ਜਿਹੜੀ ਆਪਣੀ ਟਰਾਂਸਫਰ ਹੈ ਉਹ ਉਹਦਾ ਡਾਟਾ ਜਿਹੜਾ ਰਿਜੈਕਟ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਥਰਡ ਕੁਐਸਚਨ ਆ ਜਾਂਦਾ, ਜ਼ਿਲ੍ਹਾ ਤਰਨਤਾਰਨ ਦੇ ਕੁਝ ਅਧਿਆਪਕਾਂ ਦੀਆਂ ਸਾਲ 2019 ਦੌਰਾਨ ਆਨਲਾਈਨ ਬਦਲੀਆਂ ਕੀਤੀਆਂ ਗਈਆਂ ਸਨ ਪਰ ਉਹਨਾਂ ਦੀ ਫਾਰਗੀ ਸੰਬੰਧੀ ਸ਼ਰਤ ਲਗਾਈ ਗਈ ਸੀ ਕਿ ਜਿਸ ਸਮੇਂ ਤੱਕ ਉਹਨਾਂ ਦਾ ਬਦਲਵਾਂ ਪ੍ਰਬੰਧ ਸਕੂਲ ਵਿੱਚ ਨਹੀਂ ਆਉਂਦਾ ਉਸ ਸਮੇਂ ਤੱਕ ਇਹ ਬਦਲੀ ਲਾਗੂ ਨਹੀਂ ਹੋਵੇਗੀ। ਕੀ ਹੁਣ ਇਹਨਾਂ ਨੂੰ ਦੁਬਾਰਾ ਬਦਲੀ ਲਈ ਅਪਲਾਈ ਕਰਨ ਦੀ ਲੋੜ ਹੈ? ਇਸ ਦੇ ਸੰਬੰਧੀ ਜਿਹੜਾ ਆਨਸਰ ਕੀਤਾ ਗਿਆ ਹੈ ਉਹ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਅਜਿਹੇ ਅਧਿਆਪਕਾਂ ਨੂੰ ਜਿਨ੍ਹਾਂ ਦੇ ਸਾਲ 2019 ਦੌਰਾਨ ਪਾਲਿਸੀ ਅਨੁਸਾਰ ਆਨਲਾਈਨ ਬਦਲੀ ਦੇ ਹੁਕਮ ਜਾਰੀ ਹੋ ਗਏ ਸਨ ਪਰੰਤੂ ਫਾਰਗੀ ਹੋਣਾ ਬਾਕੀ ਹੈ, ਹੁਣ ਦੁਬਾਰਾ ਬਦਲੀ ਲਈ ਅਪਲਾਈ ਕਰਨ ਦੀ ਲੋੜ ਨਹੀਂ ਹੈ। ਇਹਨਾਂ ਅਧਿਆਪਕਾਂ ਦੀ ਬਦਲੀ ਦੇ ਹੁਕਮ ਅੱਜ ਵੀ ਬਰਕਰਾਰ ਹਨ। ਅਜਿਹੇ ਅਧਿਆਪਕਾਂ ਦੇ ਮੌਜੂਦਾ ਤੈਨਾਤੀ ਵਾਲੇ ਸਕੂਲ ਵਿਖੇ ਉਹਨਾਂ ਦੀ ਅਸਾਮੀ ਖਾਲੀ ਅਤੇ ਤਬਾਦਲਾ ਅਧੀਨ ਸਕੂਲ ਵਿਖੇ ਉਹਨਾਂ ਦੀ ਅਸਾਮੀ ਭਰੀ ਦਰਸਾਈ ਜਾਵੇਗੀ। ਬਦਲਵਾਂ ਪ੍ਰਬੰਧ ਜਿਹੜਾ ਹੈਗਾ ਹੋਣ ਦੀ ਸੂਰਤ ਵਿੱਚ ਅਜਿਹੇ ਅਧਿਆਪਕਾਂ ਦੀ ਬਦਲੀ ਜਿਹੜੀ ਹੈ ਲਾਗੂ ਕੀਤੀ ਜਾਵੇਗੀ। ਸੋ ਇੱਥੋਂ ਵੀ ਸਾਨੂੰ ਕਲੀਅਰ ਹੋ ਜਾਂਦਾ ਹੈਗਾ। ਅਤੇ ਉਸ ਤੋਂ ਬਾਅਦ ਜਿਹੜਾ ਫੋਰਥ ਕੁਐਸਚਨ ਆ ਜਾਂਦਾ ਹੈ ਉਸ ਦੇ ਵਿੱਚ ਹੈਗਾ ਕਿ ਸਾਲ 2019 ਦੌਰਾਨ ਹੋਈਆਂ ਆਨਲਾਈਨ ਬਦਲੀਆਂ ਦੌਰਾਨ ਇਹ ਸ਼ਰਤ ਲਗਾਈ ਗਈ ਸੀ ਕਿ ਸਿੰਗਲ ਟੀਚਰ ਸਕੂਲ ਜਾਂ ਜਿਨ੍ਹਾਂ ਸਕੂਲ ਵਿੱਚ 50% ਤੋਂ ਸਟਾਫ ਘੱਟ ਹੈ ਉਹਨਾਂ ਸਕੂਲ ਤੋਂ ਜੇਕਰ ਕਿਸੇ ਅਧਿਆਪਕ ਦੀ ਬਦਲੀ ਹੋਈ ਹੈ ਤਾਂ ਉਸ ਸਕੂਲ ਵਿੱਚ ਬਦਲਵਾਂ ਪ੍ਰਬੰਧ ਹੋਣ 'ਤੇ ਬਦਲੀ ਲਾਗੂ ਹੋਵੇਗੀ। ਕਿ ਹੁਣ ਇਹਨਾਂ ਨੂੰ ਦੁਬਾਰਾ ਬਦਲੀ ਲਈ ਅਪਲਾਈ ਕਰਨ ਦੀ ਲੋੜ ਹੈ? ਇਸ ਬਾਰੇ ਜਿਹੜਾ ਆਨਸਰ ਹੈ ਉਹ ਹੈਗਾ ਕਿ ਅਜਿਹੇ ਅਧਿਆਪਕ ਜਿਨ੍ਹਾਂ ਦੀ ਸਾਲ 2019 ਦੌਰਾਨ ਆਨਲਾਈਨ ਬਦਲੀ ਹੋਈ ਸੀ ਦੁਬਾਰਾ ਅਪਲਾਈ ਕਰਨ ਦੀ ਲੋੜ ਉਹਨਾਂ ਨੂੰ ਨਹੀਂ ਹੈਗੀ। ਉਹਨਾਂ ਦੀ ਸਾਲ 2019 ਦੌਰਾਨ ਹੋਈ ਬਦਲੀ ਦੇ ਹੁਕਮ ਜਿਹੜੇ ਆ ਬਰਕਰਾਰ ਹਨ। ਅਜਿਹੇ ਅਧਿਆਪਕਾਂ ਦੇ ਮੌਜੂਦਾ ਤੈਨਾਤੀ ਵਾਲੇ ਸਕੂਲ ਵਿਖੇ ਉਹਨਾਂ ਦੀ ਅਸਾਮੀ ਖਾਲੀ ਅਤੇ ਤਬਾਦਲਾ ਅਧੀਨ ਸਕੂਲ ਵਿਖੇ ਉਹਨਾਂ ਦੀ ਅਸਾਮੀ ਭਰੀ ਦਰਸਾਈ ਜਾਵੇਗੀ। ਬਦਲਵਾਂ ਪ੍ਰਬੰਧ ਹੋਣ ਦੀ ਸੂਰਤ ਵਿੱਚ ਅਜਿਹੇ ਅਧਿਆਪਕਾਂ ਦੀ ਬਦਲੀ ਜਿਹੜੀ ਹੈ ਲਾਗੂ ਕੀਤੀ ਜਾਵੇਗੀ। ਉਸ ਤੋਂ ਬਾਅਦ ਜਿਹੜਾ ਪੰਜਵਾਂ ਕੁਐਸਚਨ ਆ ਜਾਂਦਾ, ਪ੍ਰਬੰਧਕੀ ਆਧਾਰ 'ਤੇ ਜਿਨ੍ਹਾਂ ਅਧਿਆਪਕਾਂ ਦੀ ਬਦਲੀ ਹੋਈ ਹੈ ਕੀ ਉਹ ਬਦਲੀ ਲਈ ਅਪਲਾਈ ਕਰ ਸਕਦੇ ਹਨ? ਅਧਿਆਪਕਾਂ ਦਾ ਜਿਹੜਾ ਤਬਾਦਲਾ ਨੀਤੀ ਵਿੱਚ ਮਿਤੀ 3/7/2019 ਨੂੰ ਕੀਤੀ ਸੋਧ ਅਨੁਸਾਰ ਲਿਖਿਆ ਗਿਆ ਹੈ ਕਿ
The teacher transferred on administrative ground will not be transferred for the period of 3 years and will not be transferred back to same school from where they were transferred out on administrative grounds। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪ੍ਰਬੰਧਕੀ ਆਧਾਰ ਤੇ ਤਬਦੀਲ ਹੋਏ ਕੇਵਲ ਅਜਿਹੇ ਅਧਿਆਪਕ ਹੀ ਬਦਲੀ ਲਈ ਅਪਲਾਈ ਕਰ ਸਕਣਗੇ ਜਿਨ੍ਹਾਂ ਦੀ ਅਜਿਹੀ ਬਦਲੀ ਉਪਰੰਤ 3 ਸਾਲ ਦਾ ਸਮਾਂ ਲੰਘ ਚੁੱਕਿਆ ਹੋਵੇ, ਪਰੰਤੂ ਉਹਨਾਂ ਨੂੰ ਵਾਪਸ ਉਸੇ ਸਕੂਲ ਵਿੱਚ ਬਦਲਿਆ ਨਹੀਂ ਜਾਵੇਗਾ। ਨੈਕਸਟ ਕੁਐਸਚਨ ਜਿਹੜਾ ਆਪਣਾ ਆ ਜਾਂਦਾ ਸੀਗਾ ਉਹ ਸੀਗਾ ਅਧਿਆਪਕਾਂ ਦਾ ਕਿਸ ਸਾਲ ਦਾ ਅਤੇ ਕਿਹੜਾ ਨਤੀਜਾ ਬਦਲੀ ਦੀ ਮੈਰਿਟ ਲਈ ਵਿਚਾਰਿਆ ਜਾਵੇਗਾ। ਬਦਲੀ ਦੀ ਮੈਰਿਟ ਬਣਾਉਣ ਲਈ ਬੋਰਡ ਕਲਾਸ ਭਾਵ 5ਵੀਂ 8ਵੀਂ ਅਤੇ 10ਵੀਂ ਜਿਨ੍ਹਾਂ ਦੀ ਪ੍ਰੀਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਲਈ ਗਈ ਹੈ ਦਾ ਸਾਲ 2019-20 ਦਾ ਬੋਰਡ ਵੱਲੋਂ ਐਲਾਨਿਆ ਨਤੀਜਾ ਵਿਚਾਰਿਆ ਜਾਵੇਗਾ। 12ਵੀਂ ਕਲਾਸ ਜਿਨ੍ਹਾਂ ਬੋਰਡ ਦੀ ਪ੍ਰੀਖਿਆ ਅਜੇ ਹੋਣੀ ਹੈ ਜਿਸ ਕਾਰਨ ਉਹਨਾਂ ਦਾ ਨਤੀਜਾ ਨਹੀਂ ਐਲਾਨਿਆ ਗਿਆ, ਉਹਨਾਂ ਦਾ ਪਿਛਲੇ ਸਾਲ ਭਾਵ ਬੋਰਡ ਵੱਲੋਂ ਮਾਰਚ 2019 ਵਿੱਚ ਲਈ ਗਈ ਪ੍ਰੀਖਿਆ ਦਾ ਨਤੀਜਾ ਵਿਚਾਰਿਆ ਜਾਵੇਗਾ। ਨੋਨ ਬੋਰਡ ਜਮਾਤਾਂ ਪਹਿਲੀ ਤੋਂ ਚੌਥੀ 6ਵੀਂ 7ਵੀਂ 9ਵੀਂ ਅਤੇ 11ਵੀਂ ਜਿਨ੍ਹਾਂ ਦਾ ਨਤੀਜਾ ਸਕੂਲ ਵੱਲੋਂ ਐਲਾਨਿਆ ਜਾ ਚੁੱਕਾ ਹੈ ਦਾ ਮਿਤੀ 25/6/2019 ਨੂੰ ਜਾਰੀ ਹੋਈ ਤਬਾਦਲਾ ਪਾਲਿਸੀ ਦੇ ਅਨੁਸਾਰ ਐਨੈਕਸਚਰ B ਅਨੁਸਾਰ ਲਿਆ ਜਾਵੇਗਾ। ਸੋ ਇੱਥੋਂ ਵੀ ਸਾਡਾ ਜਿਹੜਾ ਕੁਐਸਚਨ ਹੈ ਉਹ ਕਲੀਅਰ ਹੋ ਜਾਂਦਾ ਹੈ। ਉਸ ਤੋਂ ਬਾਅਦ ਆ ਜਾਂਦਾ ਹੈ 7th ਕੁਐਸਚਨ ਸਾਡਾ ਵੋਕੇਸ਼ਨਲ ਸਟਰੀਮ ਤਹਿਤ ਕੁਝ ਵਿਸ਼ੇ ਮਰਜ ਕੀਤੇ ਜਾ ਚੁੱਕੇ ਹਨ, ਇਸ ਲਈ ਵੋਕੇਸ਼ਨਲ ਮਾਸਟਰ ਲੈਕਚਰਰ ਦਾ ਕਿਹੜਾ ਨਤੀਜਾ ਬਦਲੀ ਮੈਰਿਟ ਤਿਆਰ ਕਰਨ ਲਈ ਲਿਆ ਜਾਵੇਗਾ। ਵੋਕੇਸ਼ਨਲ ਮਾਸਟਰ ਲੈਕਚਰਰ ਵੱਲੋਂ ਸਾਲ 2018-19 ਦੌਰਾਨ ਵੋਕੇਸ਼ਨਲ ਦੀ ਪੁਰਾਣੀ ਸਕੀਮ ਤਹਿਤ 12ਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ ਅਤੇ 12ਵੀਂ ਦੀ ਬੋਰਡ ਦੀ ਪ੍ਰੀਖਿਆ ਅਜੇ ਹੋਣੀ ਹੈ ਜਿਸ ਕਾਰਨ ਉਹਨਾਂ ਦਾ ਨਤੀਜਾ ਨਹੀਂ ਐਲਾਨਿਆ ਗਿਆ। ਉਹਨਾਂ ਦਾ ਪਿਛਲੇ ਸਾਲ ਭਾਵ ਬੋਰਡ ਵੱਲੋਂ ਮਾਰਚ 2019 ਵਿੱਚ ਲਈ ਪ੍ਰੀਖਿਆ ਦਾ ਨਤੀਜਾ ਹੀ ਵਿਚਾਰਿਆ ਜਾਵੇਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆਪਣਾ ਜਿਹੜਾ ਆ ਜਾਂਦਾ ਉਹ ਹੈਗਾ ਕਿ ਕੁਝ ਅਧਿਆਪਕਾਂ ਦੀ ਨਵੀਂ ਨਿਯੁਕਤੀ ਸਾਲ 2019 ਦੌਰਾਨ ਵੱਖ-ਵੱਖ ਸਮੇਂ ਤੇ ਹੋਈ ਹੈ, ਉਹਨਾਂ ਦਾ ACR ਅਤੇ ਬਦਲੀ ਦੀ ਮੈਰਿਟ ਲਈ ਕਿਹੜਾ ਨਤੀਜਾ ਵਿਚਾਰਿਆ ਜਾਵੇਗਾ। ਅਜਿਹੇ ਅਧਿਆਪਕ ਜੋ ਪਾਲਿਸੀ ਅਨੁਸਾਰ ਬਦਲੀ ਲਈ ਅਪਲਾਈ ਕਰ ਸਕਦੇ ਸਨ, ਉਹਨਾਂ ਵੱਲੋਂ ਅਕਾਦਮਿਕ ਸਾਲ 2019-20 ਦੌਰਾਨ ਵਿਸ਼ੇ ਅਤੇ ਕਲਾਸ ਪੜ੍ਹਾਈ ਗਈ ਹੈ ਉਸ ਦਾ ਨਤੀਜਾ ਲੜੀ ਨੰਬਰ 6 ਅਨੁਸਾਰ ACR ਅਤੇ ਬਦਲੀ ਦੀ ਮੈਰਿਟ ਤਿਆਰ ਕਰਨ ਲਈ ਵਿਚਾਰਿਆ ਜਾਵੇਗਾ। ਸੋ ਇੱਥੋਂ ਵੀ ਸਾਡਾ ਜਿਹੜਾ ਇੱਕ ਪੁਆਇੰਟ ਜਿਹੜਾ ਸੀਗਾ ਮੇਨ ਪੁਆਇੰਟ ਸੀ ਕਲੀਅਰ ਹੋ ਜਾਂਦਾ ਕਿ ਨਵੀਂ ਰਿਕਰੂਟਮੈਂਟ ਲਈ ਜਿਹੜੇ ਆਪਣੇ ACR ਦੇ ਅੰਕ ਨੇ ਔਰ ਜਿਹੜੇ ਭਰਨੇ ਨੇ ਉਹ ਕਿਵੇਂ ਭਰਨੇ ਨੇ, ਜਿਹੜੇ ਰਿਜ਼ਲਟ ਦੇ ਮਾਰਕਸ ਨੇ। ਸੋ ਇਸ ਤੋਂ ਬਾਅਦ ਇੱਕ ਨਵਾਂ ਕੁਐਸਚਨ ਜਿਹੜਾ ਨੈਕਸਟ ਕੁਐਸਚਨ ਸੀਗਾ ਸਾਡਾ ਕਿ ਸਰਵ ਸਿੱਖਿਆ ਅਭਿਆਨ ਰਮਸਾ ਅਧੀਨ ਭਰਤੀ ਹੋਏ ਗਣਿਤ ਅਤੇ ਅੰਗਰੇਜ਼ੀ ਅਧਿਆਪਕ ਜੋ ਮਿਡਲ ਸਕੂਲਾਂ ਵਿੱਚ ਕੰਮ ਕਰ ਰਹੇ ਹਨ ਅਤੇ ਕੁਝ ਸਰਵ ਸਿੱਖਿਆ ਅਭਿਆਨ ਰਮਸਾ ਅਧੀਨ ਭਰਤੀ ਹੋਏ ਅਧਿਆਪਕ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਮ ਕਰ ਰਹੇ ਹਨ ਪਰ ਉਹਨਾਂ ਦੀ ਅਸਾਮੀ ਸਕੂਲ ਵਿੱਚ ਪ੍ਰਵਾਨ ਨਹੀਂ ਹੈ, ਇਸ ਲਈ ਬਦਲੀ ਲਈ ਅਪਲਾਈ ਕਰਨਾ ਲਾਜ਼ਮੀ ਹੈ। ਇਸ ਦਾ ਜਿਹੜਾ ਆਨਸਰ ਹੈ ਇਹ ਹੈਗਾ ਕਿ ਸਰਵ ਸਿੱਖਿਆ ਅਭਿਆਨ ਰਮਸਾ ਅਧੀਨ ਭਰਤੀ ਹੋਏ ਗਣਿਤ ਅਤੇ ਅੰਗਰੇਜ਼ੀ ਅਧਿਆਪਕ ਜਾਂ ਇਸ ਤੋਂ ਇਲਾਵਾ ਵਿਭਾਗ ਦਾ ਕੋਈ ਵੀ ਅਧਿਆਪਕ ਜੋ ਮਿਡਲ ਸਕੂਲ ਵਿੱਚ ਕੰਮ ਕਰ ਰਹੇ ਹਨ ਅਤੇ ਕੁਝ ਸਰਵ ਸਿੱਖਿਆ ਅਭਿਆਨ ਰਮਸਾ ਅਧੀਨ ਭਰਤੀ ਹੋਏ ਅਧਿਆਪਕ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਮ ਕਰ ਰਹੇ ਹਨ ਪਰ ਉਹਨਾਂ ਦੀ ਅਸਾਮੀ ਸਕੂਲ ਵਿੱਚ ਪ੍ਰਵਾਨ ਨਹੀਂ ਹੈ ਦਾ ਬਦਲੀ ਲਈ ਅਪਲਾਈ ਕਰਨਾ ਲਾਜ਼ਮੀ ਹੈ। ਇਹਨਾਂ ਅਧਿਆਪਕਾਂ ਨੂੰ ਪਹਿਲੇ ਗੇੜ ਦੀਆਂ ਬਦਲੀਆਂ ਤੋਂ ਪਹਿਲਾਂ ਸਟੇਸ਼ਨ 'ਚ ਆਉਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਇਹਨਾਂ ਦੀ ਬਦਲੀ ਸ਼ਿਫਟਿੰਗ ਪਾਲਿਸੀ ਅਨੁਸਾਰ ਆਨਲਾਈਨ ਹੀ ਕੀਤੀ ਜਾਵੇਗੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਜਾਂਦਾ ਹੈ ਕਿ ਅਧਿਆਪਕ ਜਿਨ੍ਹਾਂ ਦੀ ਬਦਲੀ ਪ੍ਰਮੋਸ਼ਨ ਪਿਛਲੇ ਸਮੇਂ ਵਿੱਚ ਹੋਈ ਹੈ ਅਤੇ ਉਹਨਾਂ ਵੱਲੋਂ ਪਿਛਲੇ ਸਕੂਲ ਤੋਂ ਫਾਰਗੀ ਅਤੇ ਨਵੇਂ ਸਟੇਸ਼ਨ ਦੀ ਹਾਜ਼ਰੀ ਦੀ ਮਿਤੀ ਇੱਕੋ ਹੀ ਹੈ, ਅਜਿਹੇ ਅਧਿਆਪਕਾਂ ਨੂੰ ਆਪਣਾ ਡਾਟਾ ਭਰਨ ਵਿੱਚ ਦਿੱਕਤ ਪੇਸ਼ ਆ ਰਹੀ ਹੈ। ਸੋ ਇਹ ਸਭ ਦੇ ਕਾਫੀ ਸਾਥੀ ਸੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਰਹੀ ਸੀ, ਉਹਨਾਂ ਦੇ ਲਈ ਇੱਕ ਜਿਹੜਾ ਵਧੀਆ ਜਿਹੜਾ ਆਨਸਰ ਇਹ ਹੈਗਾ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਕਿਸੇ ਅਧਿਆਪਕ ਦੀ ਬਦਲੀ ਪ੍ਰਮੋਸ਼ਨ ਮਿਤੀ 1/4/19 ਨੂੰ ਹੁੰਦੀ ਹੈ ਅਤੇ ਉਹ ਮਿਤੀ 1/4/19 ਨੂੰ ਹੀ ਸਕੂਲ A ਤੋਂ ਦੁਪਹਿਰ ਤੋਂ ਪਹਿਲਾਂ ਫਾਰਗ ਹੋ ਕੇ ਸਕੂਲ B ਵਿਖੇ ਦੁਪਹਿਰ ਤੋਂ ਪਹਿਲਾਂ ਹਾਜ਼ਰ ਹੋ ਜਾਂਦਾ ਤਾਂ ਉਸ ਦਾ ਸੇਵਾ ਕਾਲ A ਵਿਖੇ ਮਿਤੀ 31/3/2019 ਤੱਕ ਮੰਨਿਆ ਜਾਵੇਗਾ ਅਤੇ B ਵਿਖੇ ਮਿਤੀ 1/4/2019 ਤੋਂ ਮੰਨਿਆ ਜਾਵੇਗਾ। ਜੇਕਰ ਅਧਿਆਪਕ ਮਿਤੀ 1/4/2019 ਨੂੰ ਸਕੂਲ A ਤੋਂ ਦੁਪਹਿਰ ਤੋਂ ਬਾਅਦ ਫਾਰਗ ਹੋ ਕੇ ਸਕੂਲ B ਵਿਖੇ ਦੁਪਹਿਰ ਤੋਂ ਬਾਅਦ ਹਾਜ਼ਰ ਹੁੰਦਾ ਤਾਂ ਉਸ ਸੇਵਾ ਕਾਲ ਵਿੱਚ ਉਸ ਦਾ ਸੇਵਾ ਕਾਲ ਜਿਹੜਾ ਸਕੂਲ A ਵਿਖੇ ਮਿਤੀ 1/4/2019 ਤੱਕ ਮੰਨਿਆ ਜਾਵੇਗਾ ਅਤੇ ਸਕੂਲ B ਵਿਖੇ ਮਿਤੀ 2/4/2019 ਤੋਂ ਮੰਨਿਆ ਜਾਵੇਗਾ। ਸੋ ਇੱਥੋਂ ਵੀ ਸਾਨੂੰ ਕਲੀਅਰ ਹੋ ਜਾਂਦਾ ਹੈ ਕਿ ਸਾਡਾ ਦੁਪਹਿਰ ਤੋਂ ਪਹਿਲਾਂ ਅਤੇ ਦੁਪਹਿਰ ਤੋਂ ਬਾਅਦ ਅਗਰ ਜਿਹੜੀ ਹੈਗੀ ਆਪਾਂ ਰਿਲੀਵਿੰਗ ਲਈ ਹੈ ਅਤੇ ਉਹ ਕਿਵੇਂ ਆਪਾਂ ਡਾਟਾ ਜਿਹੜਾ ਇੱਥੇ ਭਰਨਾ ਹੈਗਾ ਹੈ। ਉਸ ਤੋਂ ਬਾਅਦ ਜਿਹੜਾ ਨੈਕਸਟ ਕੁਐਸਚਨ ਆ ਜਾਂਦਾ ਅਧਿਆਪਕ ਜੋ ਕਿ ਜ਼ਿਲ੍ਹਿਆਂ ਵਿੱਚ ਬਤੌਰ BM DM ਜਾਂ ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ ਜਾਂ ਸਿੱਖਿਆ ਸੁਧਾਰ ਟੀਮ ਵਿੱਚ ਕੰਮ ਕਰ ਰਹੇ ਹਨ ਜਾਂ ਮੁੱਖ ਦਫ਼ਤਰ ਵਿਖੇ ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ ਕੰਮ ਕਰ ਰਹੇ ਹਨ ਤਾਂ ਬਦਲੀਆਂ ਲਈ ਕਿਹੜਾ ਨਤੀਜਾ ਵਿਚਾਰਿਆ ਜਾਵੇਗਾ। ਡਾਇਰੈਕਟਰ SCRT ਵੱਲੋਂ ਪ੍ਰਵਾਨ ਅੰਕਾਂ ਅਨੁਸਾਰ ਵਿਚਾਰਿਆ ਜਾਵੇਗਾ, ਯਾਨੀ ਕਿ ਜਿਹੜੇ ਵੀ ਆਪਣੇ ਸਾਥੀ ਪੜ੍ਹਾਓ ਪੰਜਾਬ ਟੀਮ 'ਚ ਲੱਗੇ ਨੇ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਡਾਇਰੈਕਟਰ SCRT ਵੱਲੋਂ ਪ੍ਰਵਾਨ ਅੰਕਾਂ ਅਨੁਸਾਰ ਹੀ ਵਿਚਾਰਿਆ ਜਾਵੇਗਾ। ਸੋ ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਜਾਂਦਾ ਹੈ ਕਿ ਅਧਿਆਪਕਾਂ ਵੱਲੋਂ ਬਦਲੀ ਲਈ ਡਾਟਾ ਭਰਨ ਜਾਂ ਰਜਿਸਟ੍ਰੇਸ਼ਨ ਕਰਨ ਉਪਰੰਤ ਕੀ ਸਟੇਸ਼ਨ ਚੋਣ ਕਰਨੀ ਲਾਜ਼ਮੀ ਹੈ। ਇਸ ਬਾਰੇ ਵੀ ਤੁਹਾਨੂੰ ਕਲੈਰੀਫਿਕੇਸ਼ਨ ਦਿੱਤੀ ਗਈ ਹੈਗੀ ਕਿ ਅਧਿਆਪਕਾਂ ਵੱਲੋਂ ਬਦਲੀ ਲਈ ਡਾਟਾ ਭਰਨ ਰਜਿਸਟ੍ਰੇਸ਼ਨ ਕਰਨ ਉਪਰੰਤ ਸਟੇਸ਼ਨ ਚੋਣ ਕਰਨੀ ਲਾਜ਼ਮੀ ਨਹੀਂ ਹੈ, ਪਰ ਜੇਕਰ ਅਧਿਆਪਕਾਂ ਦੀ ਬਦਲੀ ਸਟੇਸ਼ਨ ਚੋਣ ਉਪਰੰਤ ਹੋ ਜਾਂਦੀ ਹੈ ਤਾਂ ਉਹ ਰੱਦ ਨਹੀਂ ਕੀਤੀ ਜਾਵੇਗੀ।
ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਜਾਂਦਾ ਹੈ ਕਿ ਅਧਿਆਪਕਾਂ ਦਾ ਕਿਸ ਸਾਲ ਦਾ ACR ਬਦਲੀ ਦੀ ਮੈਰਿਟ ਬਣਾਉਣ ਲਈ ਵਿਚਾਰੀ ਜਾਵੇਗੀ। ਇਸ ਵਿੱਚ ਦੱਸਿਆ ਗਿਆ ਬਦਲੀ ਦੀ ਮੈਰਿਟ ਬਣਾਉਣ ਲਈ ਸਾਲ 2019-20 ਦੀ ACR ਬਣਾਉਣ ਲਈ ਵਿਚਾਰੀ ਜਾਵੇਗੀ। ਸਮਰੱਥ ਅਧਿਕਾਰੀ ਵੱਲੋਂ ਸਾਲ 2019-20 ਦੀ ACR ਪ੍ਰਵਾਨ ਕਰਨੀ ਹਾਲ ਦੀ ਘੜੀ ਲੰਬਿਤ ਹੋਣ ਦੀ ਸੂਰਤ ਵਿੱਚ ਕੇਵਲ ਬਦਲੀ ਦੇ ਮੰਤਵ ਲਈ ਸਕੂਲ ਮੁਖੀ ਰਿਪੋਰਟਿੰਗ ਅਧਿਕਾਰੀ ਵੱਲੋਂ ਲਿਖੀ ACR ਅਨੁਸਾਰ ਹੀ ਤਬਾਦਲੇ ਲਈ ਅਪਲਾਈ ਕਰਦੇ ਸਮੇਂ ਅੰਕ ਭਰ ਲਏ ਜਾਣ। ਸੋ ਇੱਥੋਂ ਹੀ ਸਾਨੂੰ ਕਲੀਅਰ ਹੋ ਜਾਂਦਾ ਹੈਗਾ ACR ਦੇ ਬਾਰੇ ਜਿਹੜੀ ਸਾਡੀ ਕਨਫਿਊਜ਼ਨ ਸੀ। ਉਸ ਤੋਂ ਬਾਅਦ ਆ ਜਾਂਦਾ ਹੈ ਕਿ ਨੈਕਸਟ ਕੁਐਸਚਨ ਕਿ ਕੀ ਅਜਿਹੇ ਅਧਿਆਪਕ ਜੋ ਪ੍ਰਮੋਟ ਹੋਣ ਅਤੇ ਜਿਨ੍ਹਾਂ ਦੇ ਸਟੇਸ਼ਨ ਮੌਜੂਦਾ ਸਟੇਸ਼ਨ 'ਤੇ 2 ਸਾਲ ਪੂਰੇ ਨਹੀਂ ਹੋਏ ਉਹ ਬਦਲੀ ਲਈ ਅਪਲਾਈ ਕਰ ਸਕਦੇ ਹਨ। ਇਹਦੇ ਵਿੱਚ ਆਨਸਰ ਜਿਹੜਾ ਹੈਗਾ ਕਿ ਅਧਿਆਪਕਾਂ ਦੀ ਤਬਾਦਲਾ ਨੀਤੀ ਅਨੁਸਾਰ ਜਿਹੜੀ ਕਿ ਅਧਿਆਪਕਾਂ ਦੀ ਤਬਾਦਲਾ ਨੀਤੀ ਸਰਕਾਰ ਵੱਲੋਂ ਮਿਤੀ 25/6/2019 ਨੂੰ ਨੋਟੀਫਾਈ ਕੀਤੀ ਗਈ ਸੀ। ਇਸ ਲਈ ਜੇਕਰ ਕੋਈ ਅਧਿਆਪਕ ਮਿਤੀ 25/6/2019 ਤੋਂ ਪਹਿਲਾਂ ਪ੍ਰਮੋਟ ਹੋਇਆ ਹੋਵੇ ਅਤੇ ਮੌਜੂਦਾ ਸਟੇਸ਼ਨ 'ਤੇ 2 ਸਾਲ ਪੂਰੇ ਨਾ ਵੀ ਹੋਏ ਹਨ ਪਰ ਉਹ ਬਦਲੀ ਲਈ ਅਪਲਾਈ ਕਰ ਸਕਦਾ ਹੈ। ਯਾਨੀ ਕਿ ਇੱਥੋਂ ਵੀ ਸਾਡੇ ਜਿਹੜਾ ਪ੍ਰਮੋਸ਼ਨ ਵਾਲਾ ਕੁਐਸਚਨ ਸੀਗਾ ਉਹ ਕਲੀਅਰ ਹੋ ਜਾਂਦਾ ਹੈਗਾ। ਨੈਕਸਟ ਕੁਐਸਚਨ ਆ ਜਾਂਦਾ ਸੀ ਜਿਹੜਾ ਸਾਡਾ ਕਿ ਬਦਲੀ ਲਈ ਅਪਲਾਈ ਕਰਨ ਸਮੇਂ ਕਿਹੜੀਆਂ ਛੁੱਟੀਆਂ ਭਰੀਆਂ ਜਾਣਗੀਆਂ। ਇੱਥੇ ਜਿਹੜਾ ਸਪਸ਼ਟ ਕੀਤਾ ਗਿਆ ਹੈ ਕਿ ਅਕਾਦਮਿਕ ਸਾਲ ਦੌਰਾਨ ਕੈਜੂਅਲ ਲੀਵ ਅਤੇ ਮੈਟਰਨਿਟੀ ਲੀਵ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਜਿਹੜੀਆਂ ਛੁੱਟੀਆਂ ਨੇ ਉਹ ਭਰੀਆਂ ਜਾਣਗੀਆਂ। ਇੱਥੋਂ ਸਾਡਾ ਜਿਹੜਾ ਛੁੱਟੀਆਂ ਬਾਰੇ ਕੁਐਸਚਨ ਸੀ ਉਹ ਵੀ ਕਲੀਅਰ ਹੋ ਜਾਂਦਾ ਹੈਗਾ। ਤੇ ਨੈਕਸਟ ਕੁਐਸਚਨ ਜਿਹੜਾ ਆ ਜਾਂਦਾ ਹੈ ਕਿ ਕੀ ਜੇਕਰ ਅਧਿਆਪਕ ਜੋ ਸਾਲ 2020-21 ਦੌਰਾਨ ਰਿਟਾਇਰ ਹੋ ਰਿਹਾ ਹੈ ਉਹ ਮਿਊਚੁਅਲ ਟ੍ਰਾਂਸਫਰ ਕਰਵਾ ਸਕਦਾ ਹੈ। ਇਸ ਦਾ ਆਨਸਰ ਦਿੱਤਾ ਗਿਆ ਕਿ ਜੇਕਰ ਅਧਿਆਪਕ ਜੋ ਸਾਲ 2020-21 ਦੌਰਾਨ ਰਿਟਾਇਰ ਹੋ ਰਿਹਾ ਹੈ ਉਹ ਮਿਊਚੁਅਲ ਟ੍ਰਾਂਸਫਰ ਨਹੀਂ ਕਰਵਾ ਸਕਦਾ। ਸੋ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਕੁਐਸਚਨ ਹੋਣਗੇ ਇੱਥੋਂ ਦੀ ਕਲੀਅਰ ਹੋ ਚੁੱਕੇ ਨੇ। ਇਸ ਪੱਤਰ ਦੇ ਰਾਹੀਂ ਸਾਨੂੰ ਸਾਰਾ ਦਾ ਸਾਰਾ ਕਲੀਅਰ ਹੋ ਚੁੱਕਾ ਹੈ ਜੋ ਵੀ ਸਾਡਾ ਕੁਐਸਚਨ ਦਾ ਜਿਹੜਾ ਕਨਫਿਊਜ਼ਨ ਸੀ ਬਣੀ ਹੋਈ। ਆਈ ਹੋਪ ਤੁਹਾਡੇ ਜਿਹੜੇ ਸਾਰੇ ਕੁਐਸਚਨ ਆ ਉਹ ਕਲੀਅਰ ਹੋ ਗਏ ਹੋਣਗੇ। ਤੇ ਦੋਸਤੋ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਆਪਣੇ ਸਾਥੀ ਜਿਹੜੇ ਹੈਗੇ ਉਹਨਾਂ ਨੂੰ ਪਤਾ ਲੱਗ ਸਕੇ ਇਹ ਜਿਹੜੀਆਂ ਸਾਡੇ ਕੁਐਸਚਨ ਸੀਗੇ ਉਹਨਾਂ ਦੇ ਕੀ ਆਨਸਰ ਜਿਹੜੇ ਆ ਵਿਭਾਗ ਵੱਲੋਂ ਦਿੱਤੇ ਗਏ ਨੇ। ਮਿਲਦੇ ਹਾਂ ਦੋਸਤੋ ਇਸੇ ਤਰੀਕੇ ਦੇ ਨਾਲ ਕਿਸੇ ਹੋਰ ਇਨਫੋਰਮੇਸ਼ਨਲ ਵੀਡੀਓ 'ਚ। ਧੰਨਵਾਦ ਦੋਸਤੋ।